जज्बाती जिंदगी स्टोरीज 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ। ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਅੱਜ ਪੂਰੇ 3 ਸਾਲਾਂ ਬਾਅਦ ਹਰਿੰਦਰ ਆਪਣੇ ਵਤਨ ਵਾਪਸ ਇੰਡੀਆ ਆ ਰਿਹਾ ਸੀ ਤੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਨਾਲ ਅੰਦਰ ਹੀ ਅੰਦਰ ਖੁਸ਼ ਹੋ ਰਿਹਾ ਸੀ। ਉਸਨੇ ਆਪਣੇ ਆਉਣ ਦੀ ਖਬਰ ਵੀ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਦਿੱਤੀ ਕਿਉਂਕਿ ਉਹ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ। ਨੌਕਰੀ ਦੇ ਸਿਲਸਿਲੇ ਵਿੱਚ ਉਹ ਅਮਰੀਕਾ ਗਿਆ ਹੋਇਆ ਸੀ, ਪਰ ਇਹਨਾਂ 3 ਸਾਲਾਂ ਵਿੱਚ ਉਹ ਆਪਣੇ ਕੰਮ ਵਿੱਚ ਅਜਿਹਾ ਉਲਝ ਗਿਆ ਕਿ ਆਪਣੇ ਦੇਸ਼ ਵਾਪਸ ਨਾ ਆ ਸਕਿਆ। ਏਅਰਪੋਰਟ 'ਤੇ ਉਤਰਦਿਆਂ ਹੀ ਹਰਿੰਦਰ ਸੋਚਣ ਲੱਗਾ ਕਿ ਪਿਛਲੀ ਵਾਰ ਜਦੋਂ ਉਸਦੀ ਪਤਨੀ ਮਨਸੀਰਤ ਨਾਲ ਉਸਦੀ ਗੱਲ ਹੋਈ ਸੀ ਤਾਂ ਉਸਨੇ ਦੱਸਿਆ ਸੀ ਕਿ ਮੰਮੀ ਦੀ ਸਿਹਤ ਅੱਜ ਕੱਲ੍ਹ ਠੀਕ ਨਹੀਂ ਰਹਿੰਦੀ। ਸ਼ਾਇਦ ਉਹਨਾਂ ਨੂੰ ਸ਼ਹਿਰ ਦੀ ਹਵਾ ਰਾਸ ਨਹੀਂ ਆਈ, ਇਸ ਲਈ ਕੁਝ ਦਿਨਾਂ ਦੇ ਲਈ ਉਹ ਪਿੰਡ ਰਹਿਣ ਚਲੇ ਗਏ ਹਨ। ਕੁਝ ਸਮੇਂ ਦੇ ਲਈ ਉਹਨਾਂ ਨੇ ਗਵਾਂਢੀਆਂ ਦਾ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਹੈ। ਹਰਿੰਦਰ ਛੇਤੀ ਆਪਣੇ ਮੰਮੀ ਪਾਪਾ ਨੂੰ ਮਿਲਣਾ ਚਾਹੁੰਦਾ ਸੀ, ਇਸ ਲਈ ਉਹ ਏਅਰਪੋਰਟ ਤੋਂ ਉਤਰ ਕੇ ਆਪਣੀ ਪਤਨੀ ਨੂੰ ਮਿਲੇ ਬਿਨਾਂ ਟੈਕਸੀ ਕਰਕੇ ਸਿੱਧਾ ਪਿੰਡ ਚਲਿਆ ਗਿਆ। ਪਿੰਡ ਪਹੁੰਚ ਕੇ ਜਿਵੇਂ ਹੀ ਟੈਕਸੀ ਤੋਂ ਬਾਹਰ ਨਿਕਲਿਆ ਤਾਂ ਪਿੰਡ ਦੀ ਮਿੱਟੀ ਦੀ ਮਿੰਨੀ ਖੁਸ਼ਬੂ ਉਸਨੂੰ ਆਪਣੇ ਵੱਲ ਖਿੱਚਣ ਲੱਗੀ। ਉਸਦਾ ਬਚਪਨ ਉਸਦੀਆਂ ਅੱਖਾਂ ਦੇ ਸਾਹਮਣੇ ਕਿਸੇ ਫਿਲਮ ਦੀ ਤਰ੍ਹਾਂ ਚੱਲਣ ਲੱਗਾ। ਉਹ ਉੱਧਰ ਗਲੀਆਂ ਵਿੱਚ ਜਾ ਰਿਹਾ ਸੀ ਜਿੱਥੇ ਉਸਦੇ ਮੰਮੀ ਪਾਪਾ ਕਮਰਾ ਕਿਰਾਏ 'ਤੇ ਲੈ ਕੇ ਰਹਿ ਰਹੇ ਸਨ। ਉਹ ਉਹਨਾਂ ਦੀ ਗੁਆਂਢਣ ਆਂਟੀ ਦਾ ਹੀ ਘਰ ਸੀ। ਉਹ ਪਿੰਡ ਦੀ ਹਰ ਗਲੀ, ਹਰ ਨੁੱਕਰ ਨੂੰ ਬੜੀ ਧਿਆਨ ਨਾਲ ਦੇਖਦਾ ਜਾ ਰਿਹਾ ਸੀ ਤੇ ਆਪਣੇ ਮਾਤਾ ਪਿਤਾ ਦੇ ਨਾਲ ਉੱਥੇ ਬਿਤਾਏ ਅਨਮੋਲ ਪਲਾਂ ਨੂੰ ਯਾਦ ਕਰ ਰਿਹਾ ਸੀ। ਜਦੋਂ ਹਰਿੰਦਰ ਉਸ ਜਗ੍ਹਾ 'ਤੇ ਪਹੁੰਚਿਆ ਤਾਂ ਉਸਨੂੰ ਦੇਖਦੇ ਹੀ ਉਸਦੀ ਗੁਆਂਢਣ ਆਂਟੀ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਆ ਗਈ। ਪੈਰੀ ਪੈਨਾ ਆਂਟੀ, ਕਿਵੇਂ ਹੋ ਤੁਸੀਂ? ਮੈਂ ਤਾਂ ਬਹੁਤ ਚੰਗੀ ਹਾਂ ਪੁੱਤਰ, ਤੇਰਾ ਕੀ ਹਾਲ ਚਾਲ ਹੈ? ਮੈਂ ਵੀ ਠੀਕ ਹਾਂ ਆਂਟੀ। ਇਸ ਤਰ੍ਹਾਂ ਕਹਿੰਦੇ ਹੋਏ ਹਰਿੰਦਰ ਇੱਧਰ ਉੱਧਰ ਨਜ਼ਰ ਦੌੜਾਉਣ ਲੱਗਾ। ਉਸਦੀਆਂ ਨਜ਼ਰਾਂ ਆਪਣੇ ਮੰਮੀ ਪਾਪਾ ਨੂੰ ਲੱਭ ਰਹੀਆਂ ਸੀ ਤਾਂ ਉਸਦੀ ਆਂਟੀ ਨੇ ਉਸਨੂੰ ਪੁੱਛਿਆ, ਕੀ ਹੋਇਆ ਬੇਟਾ, ਕਿਸ ਨੂੰ ਲੱਭ ਰਿਹਾ ਹੈ? ਫਿਰ ਹਰਿੰਦਰ ਕਹਿਣ ਲੱਗਾ ਕਿ ਆਂਟੀ, ਮੇਰੇ ਮੰਮੀ ਪਾਪਾ ਕਿੱਥੇ ਨੇ? ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਮਿਲੇ ਹੋਏ, ਕੀ ਤੁਸੀਂ ਉਹਨਾਂ ਨੂੰ ਬੁਲਾ ਦਿਓਗੇ? ਹਰਿੰਦਰ ਦੀ ਗੱਲ ਸੁਣ ਕੇ ਗੁਆਂਢਣ ਆਂਟੀ ਵੀ ਹੈਰਾਨ ਰਹਿ ਗਈ। ਇਹ ਕੀ ਗੱਲ ਕਰ ਰਹੇ ਹੋ ਬੇਟਾ? ਮੈਨੂੰ ਤਾਂ ਖੁਦ ਉਹਨਾਂ ਨੂੰ ਮਿਲੇ ਹੋਏ ਕਿੰਨੇ ਸਾਲ ਹੋ ਗਏ। ਮੈਂ ਤਾਂ ਆਪ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ, ਬਹੁਤ ਦਿਲ ਕਰਦਾ। ਪਰਮਾਤਮਾ ਕਰੇ ਮਰਨ ਤੋਂ ਪਹਿਲਾਂ ਅਸੀਂ ਦੋਵੇਂ ਸਹੇਲੀਆਂ ਇਕੱਠੀਆਂ ਬੈਠੀਏ ਤੇ ਖੁੱਲ੍ਹ ਕੇ ਗੱਲਾਂ ਕਰੀਏ। ਇਹ ਸੁਣ ਕੇ ਹਰਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਇੱਕ ਨਕਲੀ ਜਿਹੀ ਮੁਸਕਰਾਹਟ ਦੇ ਨਾਲ ਬੋਲਿਆ, ਪਰ ਆਂਟੀ, ਮੰਮੀ ਪਾਪਾ ਤਾਂ ਇੱਥੇ ਪਿੰਡ ਵਿੱਚ ਤੁਹਾਡੇ ਘਰ ਵਿੱਚ ਹੀ ਰਹਿੰਦੇ ਸੀ ਨਾ? ਨਹੀਂ ਬੇਟਾ, ਤੈਨੂੰ ਕੋਈ ਗਲਤਫਹਿਮੀ ਹੋਈ ਆ। ਤੇਰੇ ਮੰਮੀ ਪਾਪਾ ਨੂੰ ਤਾਂ ਕਿੰਨਾ ਚਿਰ ਹੋ ਗਿਆ ਇੱਥੇ ਆਏ ਹੀ ਨਹੀਂ। ਇਹ ਸੁਣ ਕੇ ਹਰਿੰਦਰ ਸੋਚਾਂ ਵਿੱਚ ਪੈ ਗਿਆ। ਫਿਰ ਬਾਹਰ ਨਿਕਲ ਕੇ ਹਰਿੰਦਰ ਨੇ ਪਿੰਡ ਦੇ ਲੋਕਾਂ ਤੋਂ ਪੁੱਛ-ਦੱਸ ਕੀਤੀ, ਪਰ ਉੱਥੋਂ ਵੀ ਉਸਨੂੰ ਕੁਝ ਪਤਾ ਨਹੀਂ ਲੱਗਿਆ। ਆਖਿਰ ਮੰਮੀ ਪਾਪਾ ਹੈ ਕਿੱਥੇ? ਇਹ ਸੋਚਦੇ ਹੋਏ ਉਸਨੇ ਆਪਣੀ ਪਤਨੀ ਨੂੰ ਫੋਨ ਲਾਇਆ ਤੇ ਉਸਨੂੰ ਪੁੱਛਣਾ ਚਾਹਿਆ ਤਾਂ ਅੱਗੋਂ ਉਸਦੀ ਪਤਨੀ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸਦੀ ਪਤਨੀ ਨਾਲ ਗੱਲ ਨਹੀਂ ਹੋ ਸਕੀ। ਥੱਕ ਹਾਰ ਕੇ ਹਰਿੰਦਰ ਵਾਪਸ ਟੈਕਸੀ ਵਿੱਚ ਬੈਠ ਗਿਆ ਤੇ ਆਪਣੇ ਸ਼ਹਿਰ, ਆਪਣੇ ਘਰ ਵੱਲ ਚੱਲ ਪਿਆ। ਹਰਿੰਦਰ ਨੂੰ ਇੰਨਾ ਪਰੇਸ਼ਾਨ ਦੇਖ ਕੇ ਟੈਕਸੀ ਡਰਾਈਵਰ ਨੇ ਉਸ ਤੋਂ ਉਸਦੀ ਪਰੇਸ਼ਾਨੀ ਦਾ ਕਾਰਨ ਜਾਣਨਾ ਚਾਹਿਆ ਤਾਂ ਹਰਿੰਦਰ ਨੇ ਉਸਨੂੰ ਸਾਰੀ ਗੱਲ ਦੱਸ ਦਿੱਤੀ। ਜਿਵੇਂ ਹੀ ਉਹ ਸ਼ਹਿਰ ਪਹੁੰਚੇ ਤਾਂ ਟੈਕਸੀ ਡਰਾਈਵਰ ਨੇ ਗੱਡੀ ਇੱਕ ਗੁਰਦੁਆਰਾ ਸਾਹਿਬ ਦੇ ਅੱਗੇ ਰੋਕ ਦਿੱਤੀ ਤੇ ਕਹਿਣ ਲੱਗਾ ਕਿ ਭਾਈ ਸਾਹਿਬ, ਇਸ ਗੁਰਦੁਆਰੇ ਨੂੰ ਲੋਕ ਬਹੁਤ ਮੰਨਦੇ ਹਨ। ਕਹਿੰਦੇ ਹਨ ਇੱਥੇ ਮੱਥਾ ਟੇਕਣ ਨਾਲ ਜੋ ਵੀ ਮੁਰਾਦ ਮੰਗੋ ਪੂਰੀ ਹੋ ਜਾਂਦੀ ਹੈ। ਟੈਕਸੀ ਡਰਾਈਵਰ ਦੀ ਇਹ ਗੱਲ ਸੁਣ ਕੇ ਹਰਿੰਦਰ ਉਸ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਲਈ ਚਲਾ ਗਿਆ। ਉੱਥੇ ਮੱਥਾ ਟੇਕਣ ਤੋਂ ਬਾਅਦ ਉਸਨੇ ਵੇਖਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਭੀੜ ਬਹੁਤ ਸੀ। ਸ਼ਾਇਦ ਅੱਜ ਕੋਈ ਧਾਰਮਿਕ ਦਿਨ ਸੀ। ਲੋਕ ਲੰਗਰ ਹਾਲ ਵੱਲ ਜਾਣ ਲਈ ਕਤਾਰਾਂ ਬਣਾ ਕੇ ਖੜੇ ਸਨ। ਉਹਨਾਂ ਵਿੱਚੋਂ ਜ਼ਿਆਦਾਤਰ ਬਹੁਤ ਹੀ ਗਰੀਬ ਲੋਕ ਸਨ। ਤਾਂ ਉਸਦੀ ਨਜ਼ਰ ਇੱਕ ਬਜ਼ੁਰਗ ਆਦਮੀ ਤੇ ਪਈ। ਉਹ ਆਦਮੀ ਮੈਲੇ ਕੁਚਾਲੇ ਕੱਪੜਿਆਂ ਵਿੱਚ ਸੀ। ਉਸਦੀ ਦਾੜੀ ਤੇ ਨਹੁੰ ਵਧੇ ਹੋਏ ਸਨ ਤੇ ਬਹੁਤ ਮੁਸ਼ਕਲ ਨਾਲ ਹੀ ਚੱਲ ਸਕਦਾ ਸੀ।
ਉਹ ਵੀ ਲਾਈਨਾਂ ਵਿੱਚ ਲੱਗ ਕੇ ਲੰਗਰ ਖਾਣ ਲਈ ਅੰਦਰ ਜਾਣਾ ਚਾਹ ਰਿਹਾ ਸੀ, ਪਰੰਤੂ ਭੀੜ ਜ਼ਿਆਦਾ ਹੋਣ ਕਰਕੇ ਤੇ ਬਜ਼ੁਰਗ ਹੋਣ ਕਰਕੇ ਉਹ ਅਸਫਲ ਹੋ ਰਿਹਾ ਸੀ। ਉਹ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਸੀ, ਪਰ ਆਪਣੀ ਕਮਜ਼ੋਰੀ ਕਾਰਨ ਤੇ ਭੀੜ ਦੇ ਸਾਹਮਣੇ ਟਿਕ ਨਹੀਂ ਸੀ ਰਿਹਾ। ਪਰ ਜਿਵੇਂ ਕਿਵੇਂ ਕੋਸ਼ਿਸ਼ ਕਰਨ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਪਹੁੰਚਿਆ ਤਾਂ ਲੰਗਰ ਹਾਲ ਦਾ ਗੇਟ ਬੰਦ ਹੋ ਚੁੱਕਿਆ ਸੀ। ਉਹ ਬਜ਼ੁਰਗ ਨਿਰਾਸ਼ ਹੋ ਕੇ, ਨਿਢਾਲ ਹੋ ਕੇ ਉੱਥੇ ਹੀ ਬੈਠ ਗਿਆ। ਸ਼ਾਇਦ ਉਸ ਦੇ ਵਿੱਚ ਇੰਤਜ਼ਾਰ ਕਰਨ ਦੀ ਹੋਰ ਸਮਰੱਥਾ ਨਹੀਂ ਸੀ ਰਹੀ। ਹਰਿੰਦਰ ਨੂੰ ਉਸ ਬਜ਼ੁਰਗ ਵਿਅਕਤੀ ਤੇ ਬਹੁਤ ਤਰਸ ਆਇਆ। ਉਹ ਭੱਜ ਕੇ ਉਸ ਦੇ ਕੋਲ ਗਿਆ ਤੇ ਉਸ ਦੇ ਮੋਢਿਆਂ ਤੇ ਹੱਥ ਰੱਖ ਕੇ ਕਹਿਣ ਲੱਗਾ, ਬਾਬਾ ਜੀ, ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਤੁਹਾਡੇ ਲਈ ਖਾਣਾ ਲੈ ਕੇ ਆਉਂਦਾ ਹਾਂ। ਇੰਨਾ ਕਹਿੰਦੇ ਹੋਏ ਜਿਵੇਂ ਹੀ ਹਰਿੰਦਰ ਖਾਣਾ ਲੈਣ ਲਈ ਜਾਣ ਲੱਗਾ ਤਾਂ ਉਸ ਦੇ ਕਦਮ ਇੱਕਦਮ ਰੁਕ ਗਏ। ਉਸ ਨੂੰ ਉਸ ਬਜ਼ੁਰਗ ਵਿਅਕਤੀ ਵਿੱਚ ਆਪਣੇ ਪਿਤਾ ਦੀ ਝਲਕ ਦਿਖਾਈ ਦਿੱਤੀ। ਉਹ ਜਾਂਦੇ ਜਾਂਦੇ ਅਚਾਨਕ ਰੁਕ ਗਿਆ ਤੇ ਉਸ ਬਜ਼ੁਰਗ ਵਿਅਕਤੀ ਵੱਲ ਗੌਰ ਨਾਲ ਦੇਖਣ ਲੱਗਾ ਤਾਂ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ। ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੈਲੇ ਕੁਚਾਲੇ ਕੱਪੜਿਆਂ ਵਿੱਚ ਉਹ ਬਜ਼ੁਰਗ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਸ ਦਾ ਪਿਤਾ ਹੀ ਸੀ, ਜਿਸ ਦੀਆਂ ਅੱਖਾਂ ਚਿਹਰੇ ਦੇ ਅੰਦਰ ਧਸ ਚੁੱਕੀਆਂ ਸੀ ਤੇ ਸਰੀਰ ਬਸ ਇੱਕ ਪਿੰਜਰ ਵਾਂਗ ਹੀ ਰਹਿ ਗਿਆ ਸੀ। ਹਰਿੰਦਰ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ। ਉਸ ਦਾ ਗਲਾ ਭਰ ਆਇਆ ਤੇ ਉਹ ਬੋਲਿਆ ਕਿ ਪਾਪਾ, ਤੁਸੀਂ ਇੱਥੇ ਇਸ ਹਾਲਤ ਵਿੱਚ? ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਤੇ ਤੁਸੀਂ ਕਿੱਥੇ ਚਲੇ ਗਏ ਸੀ? ਮੈਂ ਤੁਹਾਨੂੰ ਕਿੱਥੇ ਨਹੀਂ ਲੱਭਿਆ। ਇਹਨਾਂ ਕਹਿੰਦੇ ਹੋਏ ਹਰਿੰਦਰ ਆਪਣੇ ਪਿਤਾ ਦੇ ਗਲ ਲੱਗ ਗਿਆ ਤੇ ਉਸ ਦੇ ਪਾਪਾ ਨੇ ਉਸ ਨੂੰ ਝਟਕਦੇ ਹੋਏ ਕਿਹਾ, ਹੁਣ ਕੀ ਲੈਣ ਆਇਆ ਤੂੰ ਮੇਰੇ ਕੋਲ? ਜਾਂ ਫਿਰ ਇਹ ਦੇਖਣ ਆਇਆ ਕਿ ਤੇਰੇ ਮੰਮੀ ਪਾਪਾ ਜਿਉਂਦੇ ਹਨ ਕਿ ਮਰ ਗਏ? ਤਾਂ ਹਰਿੰਦਰ ਕਹਿੰਦਾ, ਨਹੀਂ ਪਾਪਾ, ਇਸ ਤਰ੍ਹਾਂ ਨਾ ਕਹੋ, ਮੈਨੂੰ ਤੁਹਾਡੀ ਇਸ ਹਾਲਤ ਦੇ ਬਾਰੇ ਵਿੱਚ ਪਤਾ ਹੀ ਨਹੀਂ ਸੀ। ਤਾਂ ਉਸ ਦੇ ਪਾਪਾ ਨੇ ਗੁੱਸੇ ਭਰੀਆਂ ਨਿਗਾਹਾਂ ਨਾਲ ਦੇਖਦੇ ਹੋਏ ਉਸ ਨੂੰ ਕਿਹਾ, ਚੰਗਾ, ਚੱਲ ਮੰਨ ਲਿਆ ਕਿ ਤੈਨੂੰ ਸਾਡੀ ਇਸ ਹਾਲਤ ਦੇ ਬਾਰੇ ਵਿੱਚ ਪਤਾ ਨਹੀਂ ਸੀ, ਪਰ ਸਾਨੂੰ ਇੱਥੇ ਆਏ ਲਗਭਗ 3 ਮਹੀਨੇ ਹੋ ਚੁੱਕੇ ਹਨ। ਆਪਣੀ ਪਤਨੀ ਨੂੰ ਤਾਂ ਤੂੰ ਰੋਜ਼ ਘਰੇ ਫੋਨ ਕਰਦਾ ਹੀ ਆ, ਕੀ ਤੈਨੂੰ ਸਾਡੇ ਬਾਰੇ ਆਪਣੀ ਪਤਨੀ ਤੋਂ ਵੀ ਕੁਝ ਨਹੀਂ ਪਤਾ ਲੱਗਾ? ਕੀ ਤੂੰ ਉਸ ਤੋਂ ਪੁੱਛਣਾ ਜ਼ਰੂਰੀ ਨਹੀਂ ਸਮਝਿਆ? ਨਹੀਂ ਪਾਪਾ, ਅਜਿਹੀ ਗੱਲ ਨਹੀਂ ਹੈ। ਮੈਂ ਮਨਸੀਰਤ ਤੋਂ ਤੁਹਾਡੇ ਬਾਰੇ ਪੁੱਛਿਆ ਸੀ ਤੇ ਉਸਨੇ ਮੈਨੂੰ ਦੱਸਿਆ ਕਿ ਮੰਮੀ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਪਿੰਡ ਦੇ ਮਾਹੌਲ ਵਿੱਚ ਰਹਿਣ ਦਾ ਮੰਮੀ ਦਾ ਬਹੁਤ ਜੀ ਕਰਦਾ ਸੀ। ਤਾਂ ਉਹਨਾਂ ਦੋਨਾਂ ਨੂੰ ਮੈਂ ਕੁਝ ਦਿਨਾਂ ਦੇ ਲਈ ਪਿੰਡ ਭੇਜ ਦਿੱਤਾ ਹੈ। ਮੈਂ ਉਸ ਤੋਂ ਪੁੱਛਿਆ ਵੀ ਸੀ ਕਿ ਮੰਮੀ ਪਾਪਾ ਪਿੰਡ ਵਿੱਚ ਕਿਵੇਂ ਰਹਿਣਗੇ, ਕਿਉਂਕਿ ਹੁਣ ਤਾਂ ਆਪਾਂ ਆਪਣਾ ਪਿੰਡ ਵਾਲਾ ਮਕਾਨ ਵੀ ਵੇਚ ਦਿੱਤਾ ਹੈ। ਤਾਂ ਮਨਸੀਰਤ ਨੇ ਮੈਨੂੰ ਦੱਸਿਆ ਕਿ ਤੁਸੀਂ ਗੁਆਂਢਣ ਆਂਟੀ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਹੋ। ਉਸਨੇ ਇਹ ਸਭ ਗੱਲਾਂ ਮੈਨੂੰ ਇਸ ਤਰ੍ਹਾਂ ਦੱਸੀਆਂ ਕਿ ਮੈਨੂੰ ਉਸ ਤੇ ਯਕੀਨ ਹੋ ਗਿਆ। ਮੈਨੂੰ ਮਾਫ ਕਰ ਦਿਓ ਪਾਪਾ। ਹਰਿੰਦਰ ਨੇ ਆਪਣੇ ਪਿਤਾ ਦੇ ਪੈਰ ਫੜਦੇ ਹੋਏ ਕਿਹਾ ਤੇ ਪੁੱਛਣ ਲੱਗਾ, ਮੰਮੀ ਕਿੱਥੇ ਨੇ ਪਾਪਾ? ਤਾਂ ਉਸ ਦੇ ਪਾਪਾ ਹਰਿੰਦਰ ਨੂੰ ਲੈ ਕੇ ਉਸ ਦੀ ਮੰਮੀ ਦੇ ਕੋਲ ਚਲੇ ਗਏ, ਜੋ ਗੁਰਦੁਆਰਾ ਸਾਹਿਬ ਦੇ ਬਾਹਰ ਗਲੀ ਵਿੱਚ ਹੀ ਸੜਕ ਤੇ ਇੱਕ ਪੁਰਾਣੀ ਜਿਹੀ ਚਾਦਰ ਵਿਛਾ ਕੇ ਕੰਘੇ ਤੇ ਕੜੇ ਵੇਚਣ ਲਈ ਬੈਠੀ ਹੋਈ ਸੀ। ਉਸ ਦੇ ਪਾਪਾ ਦਾ ਇੰਤਜ਼ਾਰ ਕਰ ਰਹੀ ਸੀ। ਮੰਮੀ ਨੂੰ ਦੇਖਦੇ ਹੀ ਹਰਿੰਦਰ ਦੀਆਂ ਅੱਖਾਂ ਵਿੱਚੋਂ ਨਿਰੰਤਰ ਹੰਝੂ ਚੱਲ ਪਏ ਤੇ ਉਹ ਤਕਰੀਬਨ ਰੋਂਦਾ ਹੋਇਆ ਬੋਲਿਆ, ਮੰਮੀ। ਮੰਮੀ ਸ਼ਬਦ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਅਚਾਨਕ ਹਰਿੰਦਰ ਵੱਲ ਵੇਖਣ ਲੱਗੀਆਂ ਤੇ ਉਸ ਨੂੰ ਦੇਖਦੇ ਹੀ ਗੁੱਸੇ ਨਾਲ ਉਸਨੇ ਕਿਹਾ, ਕੀ ਕਰਨ ਆਇਆ ਹੁਣ ਤੂੰ ਸਾਡੇ ਕੋਲ? ਚਲਾ ਜਾ ਇੱਥੋਂ। ਤਾਂ ਹਰਿੰਦਰ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਕਿਹਾ, ਆਪਣੇ ਇਸ ਨਲਾਇਕ ਪੁੱਤਰ ਨੂੰ ਬਸ ਇੱਕ ਵਾਰ ਮਾਫ ਕਰ ਦਿਓ ਮੰਮੀ। ਗਲਤੀ ਮੇਰੀ ਹੀ ਹੈ ਜੋ ਮੈਂ ਮਨਸੀਰਤ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਤੇ ਉਸ ਤੇ ਯਕੀਨ ਕਰਕੇ ਤੁਹਾਡੇ ਦੋਨਾਂ ਦੀ ਜ਼ਿੰਮੇਵਾਰੀ ਉਸ ਨੂੰ ਦੇ ਕੇ ਮੈਂ ਅਮਰੀਕਾ ਚਲਾ ਗਿਆ। ਪਰ ਮੈਨੂੰ ਪਤਾ ਨਹੀਂ ਸੀ ਕਿ ਜਦੋਂ ਮੈਂ ਤੁਹਾਨੂੰ ਮਿਲੂੰਗਾ ਤਾਂ ਤੁਹਾਨੂੰ ਇਸ ਹਾਲਤ ਵਿੱਚ ਦੇਖੂੰਗਾ। ਪਰ ਮੰਮੀ, ਅੱਜ ਮੈਂ ਸਹੁੰ ਖਾਂਦਾ ਹਾਂ ਕਿ ਤੁਹਾਡੀ ਇੱਕ ਪਰੇਸ਼ਾਨੀ ਦਾ ਹਿਸਾਬ ਲਵਾਂਗਾ ਉਸ ਕੋਲੋਂ। ਮੰਮੀ, ਤੁਸੀਂ ਖੁਦ ਹੀ ਸੋਚੋ, ਕੀ ਤੁਹਾਡਾ ਹਰਿੰਦਰ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਕਰ ਸਕਦਾ? ਤੁਹਾਡੀ ਇਹ ਹਾਲਤ ਦੇਖ ਕੇ ਮੇਰੇ ਤੇ ਕੀ ਬੀਤ ਰਹੀ ਆ, ਮੈਂ ਹੀ ਜਾਣਦਾ ਹਾਂ। ਇਹਨਾਂ ਕਹਿੰਦੇ ਹੋਏ ਹਰਿੰਦਰ ਆਪਣੀ ਮਾਂ ਨਾਲ ਲਿਪਟ ਕੇ ਫੁੱਟ ਕੇ ਰੋਣ ਲੱਗਿਆ।
ਹਰਿੰਦਰ ਨੇ ਆਪਣੇ ਮੰਮੀ ਤੇ ਪਾਪਾ ਨੂੰ ਟੈਕਸੀ ਵਿੱਚ ਬਿਠਾਇਆ ਤੇ ਉਹਨਾਂ ਨੂੰ ਇੱਕ ਚੰਗੇ ਜਿਹੇ ਹੋਟਲ ਵਿੱਚ ਲੈ ਗਿਆ। ਉੱਥੇ ਉਹਨਾਂ ਨੂੰ ਰੱਜ ਕੇ ਖਾਣਾ ਖਵਾਇਆ ਤੇ ਉੱਥੇ ਹੀ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕਰਵਾ ਦਿੱਤਾ। ਇੰਨੇ ਆਲੀਸ਼ਾਨ ਹੋਟਲ ਨੂੰ ਵੇਖ ਕੇ ਉਸਦੇ ਮੰਮੀ ਤੇ ਪਾਪਾ ਤਾਂ ਹੈਰਾਨ ਹੀ ਰਹਿ ਗਏ। ਹਰਿੰਦਰ ਕਹਿੰਦਾ ਕਿ ਮੰਮੀ ਪਾਪਾ ਤੁਸੀਂ ਇੱਥੇ ਆਰਾਮ ਨਾਲ ਰਹੋ, ਸਭ ਕੁਝ ਠੀਕ ਹੋ ਜਾਣ ਤੇ ਮੈਂ ਤੁਹਾਨੂੰ ਘਰ ਲੈ ਕੇ ਜਾਵਾਂਗਾ, ਪਰ ਸਭ ਤੋਂ ਪਹਿਲਾਂ ਮੈਨੂੰ ਪੂਰੀ ਗੱਲ ਦੱਸੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਕਿ ਮਨਸੀਰਤ ਨੇ ਮੇਰੇ ਕੋਲੋਂ ਕੀ ਲੁਕੋਇਆ ਹੈ। ਬੇਟਾ ਕੀ ਦੱਸਾਂ, ਤੇਰੇ ਜਾਣ ਤੋਂ ਬਾਅਦ 4-5 ਮਹੀਨੇ ਤੱਕ ਤਾਂ ਉਸਦਾ ਵਤੀਰਾ ਬਹੁਤ ਚੰਗਾ ਸੀ। ਅਸੀਂ ਤਾਂ ਖੁਦ ਆਪਣੇ ਆਪ ਨੂੰ ਬੜੇ ਖੁਸ਼ ਨਸੀਬ ਸਮਝ ਰਹੇ ਸੀ ਤੇ ਪਰਮਾਤਮਾ ਦਾ ਹਰ ਪਲ ਧੰਨਵਾਦ ਕਰਦੇ ਸੀ ਕਿ ਸਾਨੂੰ ਇੰਨੇ ਚੰਗੇ ਨੂੰਹ ਪੁੱਤਰ ਮਿਲੇ। ਪਰ ਸਾਨੂੰ ਕੀ ਪਤਾ ਸੀ ਕਿ ਨੂੰਹ ਦਾ ਵਿਹਾਰ ਕੇਵਲ ਸਾਨੂੰ ਭਰਮਾਉਣ ਲਈ ਹੀ ਸੀ। ਜਦੋਂ ਉਸਨੂੰ ਇਹ ਪਤਾ ਲੱਗਿਆ ਕਿ ਤੂੰ ਅਜੇ ਹੋਰ 2 ਸਾਲ ਅਮਰੀਕਾ ਵਿੱਚ ਹੀ ਰਹਿਣ ਵਾਲਾ ਹੈ ਤਾਂ ਉਸਦਾ ਰਵੱਈਆ ਇੱਕਦਮ ਬਦਲ ਗਿਆ। ਸਾਰਾ ਦਿਨ ਉਹ ਆਪਣੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਤੇ ਸਾਰੇ ਕੰਮ ਕਰਨ ਦਾ ਜ਼ਿੰਮਾ ਕੇਵਲ ਤੇਰੀ ਮੰਮੀ ਦਾ ਸੀ। ਫਿਰ ਉਸਦੇ ਪਾਪਾ ਅੱਗੇ ਬੋਲੇ, ਬੇਟਾ ਮਨਸੀਰਤ ਸਾਡੇ ਨਾਲ ਰੋਜ਼ਾਨਾ ਬਦਤਮੀਜ਼ੀ ਕਰਦੀ ਸੀ ਤੇ ਜੇਕਰ ਤੇਰੀ ਮਾਂ ਕੁਝ ਬੋਲਦੀ ਸੀ ਤਾਂ ਘਰ ਵਿੱਚ ਹੱਲਾ ਮਚਾ ਦਿੰਦੀ ਸੀ। ਇੱਕ ਦਿਨ ਸਵੇਰੇ ਜਦੋਂ ਅਸੀਂ ਸੁੱਤੇ ਹੀ ਉੱਠੇ ਸੀ ਤਾਂ ਅਸੀਂ ਦੇਖਿਆ ਕਿ ਮਨਸੀਰਤ ਘਰ ਤੋਂ ਗਾਇਬ ਸੀ। ਅਸੀਂ ਪੂਰਾ ਘਰ ਛਾਣ ਮਾਰਿਆ ਪਰ ਉਹ ਸਾਨੂੰ ਕਿਤੇ ਨਹੀਂ ਦਿਖੀ। ਅਸੀਂ ਉਸਨੂੰ ਫੋਨ ਵੀ ਲਾਇਆ ਪਰ ਉਸਨੇ ਫੋਨ ਨਹੀਂ ਚੱਕਿਆ। ਕਿਸੇ ਅਣਹੋਣੀ ਦੇ ਡਰ ਨਾਲ ਸਾਡਾ ਤਾਂ ਦਿਲ ਕੰਬਣ ਹੀ ਲੱਗ ਗਿਆ ਸੀ। ਫਿਰ ਦੁਪਹਿਰੇ ਜਦੋਂ ਉਹ ਘਰੇ ਵਾਪਸ ਆਈ ਤਾਂ ਸਾਡੀ ਜਾਨ ਵਿੱਚ ਜਾਨ ਆਈ, ਪਰ ਅਸੀਂ ਵੇਖਿਆ ਕਿ ਉਸਦੇ ਹੱਥ ਵਿੱਚ ਇੱਕ ਵੱਡਾ ਸਾਰਾ ਬੈਗ ਸੀ। ਅਸੀਂ ਬੜੇ ਹੈਰਾਨ ਹੋਏ। ਇਸ ਤੋਂ ਪਹਿਲਾਂ ਕਿ ਅਸੀਂ ਇੱਕ ਵਾਰੀ ਪੁੱਛਦੇ, ਉਸਨੇ ਆਪ ਹੀ ਕਿਹਾ, ਮੰਮੀ ਪਾਪਾ ਤੁਸੀਂ ਅੱਜ ਹੀ ਹੁਣੇ ਹੀ ਆਪਣਾ ਸਾਰਾ ਸਮਾਨ ਆਪਣੇ ਕਮਰੇ ਵਿੱਚੋਂ ਬਾਹਰ ਕੱਢੋ ਤੇ ਸਟੋਰ ਰੂਮ ਵਿੱਚ ਰੱਖ ਦਿਓ ਤੇ ਅੱਜ ਤੋਂ ਤੁਸੀਂ ਹਾਲ ਵਿੱਚ ਸੋਇਆ ਕਰੋਗੇ, ਕਿਉਂਕਿ ਅੱਜ ਤੋਂ ਮੇਰੀ ਮਾਂ ਇਸ ਘਰ ਵਿੱਚ ਰਹਿਣ ਆ ਰਹੀ ਹੈ। ਇਹ ਕੀ ਕਹਿ ਰਹੀ ਹੈ ਬੇਟਾ, ਅਸੀਂ ਹਾਲ ਵਿੱਚ ਕਿਸ ਤਰ੍ਹਾਂ ਸੌਂ ਸਕਦੇ ਹਾਂ? ਤੇਰੀ ਮੰਮੀ ਤਾਂ ਕੁਝ ਦਿਨਾਂ ਦੇ ਲਈ ਆਉਣ ਵਾਲੀ ਹੋਵੇਗੀ ਤਾਂ ਇੱਕ ਕੰਮ ਕਰ, ਤੇਰੀ ਮੰਮੀ ਤੇਰੀ ਸੱਸ ਦੇ ਨਾਲ ਕਮਰੇ ਵਿੱਚ ਸੌਂ ਜਾਵੇਗੀ ਤੇ ਮੈਂ ਇੱਥੇ ਹਾਲ ਵਿੱਚ ਸੌਂ ਜਾ ਕਰੂੰਗਾ। ਜਦੋਂ ਪਾਪਾ ਨੇ ਇੰਨਾ ਕਿਹਾ ਤਾਂ ਮਨਸੀਰਤ ਕਹਿੰਦੀ ਕਿ ਮੈਂ ਕਦੋਂ ਕਿਹਾ ਕਿ ਮੇਰੀ ਮੰਮੀ ਇੱਥੇ ਕੁਝ ਦਿਨਾਂ ਦੇ ਲਈ ਆਉਣ ਵਾਲੀ ਹੈ। ਇਹ ਉਹਨਾਂ ਦਾ ਘਰ ਆ, ਉਹ ਹੁਣ ਇੱਥੇ ਹਮੇਸ਼ਾ ਹੀ ਰਹਿਣਗੇ ਤੇ ਮੈਂ ਤੁਹਾਨੂੰ ਜਿੰਨਾ ਕਿਹਾ ਹੈ ਤੁਸੀਂ ਉਨਾ ਹੀ ਕਰੋ। ਮਨਸੀਰਤ ਨੇ ਗੁੱਸੇ ਵਿੱਚ ਕਿਹਾ ਤਾਂ ਉਸਦੇ ਪਾਪਾ ਬੋਲੇ, ਮਨਸੀਰਤ ਬੇਟਾ ਤੈਨੂੰ ਪਤਾ ਕਿ ਤੇਰੇ ਮੰਮੀ ਦੀ ਸਿਹਤ ਠੀਕ ਨਹੀਂ ਰਹਿੰਦੀ, ਉਸਦੇ ਲੱਕ ਵਿੱਚ ਬਹੁਤ ਦਰਦ ਰਹਿੰਦਾ ਹੈ, ਉਸ ਤੋਂ ਜ਼ਮੀਨ ਤੇ ਨਹੀਂ ਸੁੱਤਾ ਜਾਣਾ। ਪਰ ਮਨਸੀਰਤ ਸੀ ਕਿ ਕੁਝ ਸੁਣਨ ਲਈ ਤਿਆਰ ਹੀ ਨਹੀਂ ਸੀ। ਉਸਨੇ ਕਿਹਾ ਕਿ ਮੈਂ ਉਹ ਸਭ ਨਹੀਂ ਜਾਣਦੀ, ਜਲਦੀ ਤੋਂ ਜਲਦੀ ਮੇਰਾ ਕਮਰਾ ਖਾਲੀ ਕਰ ਦਿਓ, ਨਹੀਂ ਤਾਂ ਇਸ ਘਰ ਦੇ ਦਰਵਾਜ਼ੇ ਖੁੱਲੇ ਹਨ, ਤੁਸੀਂ ਆਪਣਾ ਇੰਤਜ਼ਾਮ ਖੁਦ ਹੀ ਕਰ ਲਿਓ। ਮਨਸੀਰਤ ਦੀ ਇਹ ਗੱਲ ਸੁਣ ਕੇ ਤੇਰੇ ਮੰਮੀ ਨੂੰ ਬਹੁਤ ਬੁਰਾ ਲੱਗਾ। ਉਸਨੇ ਗੁੱਸੇ ਨਾਲ ਕਿਹਾ ਕਿ ਤੁਸੀਂ ਹਰਿੰਦਰ ਨੂੰ ਫੋਨ ਲਗਾਓ, ਮੈਂ ਉਸ ਨਾਲ ਗੱਲ ਕਰਦੀ ਹਾਂ। ਤੇ ਹਰਿੰਦਰ ਬੇਟਾ, ਇਹ ਗੱਲ ਹੋਣ ਤੋਂ ਬਾਅਦ ਅਸੀਂ ਤੈਨੂੰ ਕਿੰਨੇ ਵਾਰ ਫੋਨ ਮਿਲਾਇਆ ਸੀ, ਪਰ ਤੂੰ ਇੱਕ ਵਾਰ ਵੀ ਸਾਡਾ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਇਹ ਗੱਲ ਸੁਣ ਕੇ ਹਰਿੰਦਰ ਹੈਰਾਨ ਰਹਿ ਗਿਆ ਤੇ ਕਹਿੰਦਾ ਕਿ ਮੰਮੀ ਪਾਪਾ ਮੇਰੇ ਕੋਲ ਤਾਂ ਤੁਹਾਡਾ ਕੋਈ ਫੋਨ ਨਹੀਂ ਆਇਆ। ਹਾਂ ਸੱਚ, ਮੈਨੂੰ ਯਾਦ ਆਇਆ ਕਿ ਮੇਰਾ ਫੋਨ ਨੰਬਰ ਬਦਲ ਗਿਆ ਸੀ ਤੇ ਇਸ ਦੇ ਬਾਰੇ ਵਿੱਚ ਮੈਂ ਮਨਸੀਰਤ ਨੂੰ ਵੀ ਦੱਸਿਆ ਸੀ ਤੇ ਉਸਨੇ ਕਿਹਾ ਸੀ ਕਿ ਉਹ ਤੁਹਾਨੂੰ ਇਸ ਦੀ ਖਬਰ ਦੇ ਦੇਵੇਗੀ। ਫਿਰ ਉਸਦੇ ਪਾਪਾ ਕਹਿੰਦੇ, ਪਰ ਬੇਟਾ ਸਾਨੂੰ ਮਨਸੀਰਤ ਨੇ ਅਜਿਹਾ ਕੁਝ ਨਹੀਂ ਦੱਸਿਆ। ਅਸੀਂ ਤਾਂ ਹੁਣ ਤੱਕ ਇਹੀ ਸੋਚ ਰਹੇ ਸੀ ਕਿ ਤੂੰ ਵੀ ਬਦਲ ਗਿਆ ਹੈ, ਤੂੰ ਵੀ ਮਨਸੀਰਤ ਦੇ ਨਾਲ ਰਲਿਆ ਹੋਇਆ ਹੈ ਤੇ ਇਸੇ ਕਰਕੇ ਤੂੰ ਸਾਡੇ ਤੋਂ ਮੁੱਖ ਮੋੜ ਲਿਆ ਹੈ। ਫਿਰ ਉਸਦੀ ਮੰਮੀ ਨੇ ਕਿਹਾ, ਬੇਟਾ ਮੈਂ ਮਨਸੀਰਤ ਨੂੰ ਇੱਕ ਵਾਰ ਕਿਹਾ ਵੀ ਸੀ ਕਿ ਮੇਰੀ ਇੱਕ ਵਾਰ ਹਰਿੰਦਰ ਨਾਲ ਗੱਲ ਕਰਵਾ ਦੇ, ਤਾਂ ਮਨਸੀਰਤ ਨੇ ਕਿਹਾ ਸੀ ਕਿ ਮੇਰੇ ਘਰ ਵਾਲੇ ਨੇ ਤੁਹਾਡਾ ਠੇਕਾ ਲਿਆ ਹੋਇਆ, ਕੀ ਤੁਸੀਂ ਗੱਲ-ਗੱਲ ਤੇ ਹਰਿੰਦਰ ਨੂੰ ਫੋਨ ਕਰਨ ਦੀ ਗੱਲ ਕਰਨ ਲੱਗ ਜਾਂਦੇ ਹੋ? ਉਹ ਉੱਥੇ ਕੰਮ ਕਰਨ ਗਏ ਹੋਏ ਹਨ, ਆਰਾਮ ਕਰਨ ਲਈ ਨਹੀਂ। ਵੈਸੇ ਵੀ ਉਹਨਾਂ ਨੂੰ ਸਭ ਕੁਝ ਪਤਾ ਹੈ। ਉਹਨਾਂ ਦੀ ਰਜ਼ਾਮੰਦੀ ਦੇ ਨਾਲ ਹੀ ਮੈਂ ਆਪਣੀ ਮੰਮੀ ਨੂੰ ਇੱਥੇ ਲੈ ਕੇ ਆਈ ਹਾਂ। ਹਾਂ ਪਾਪਾ, ਯਾਦ ਆਇਆ ਮੈਨੂੰ, ਮਨਸੀਰਤ ਨੇ ਇਹ ਕਿਹਾ ਸੀ ਕਿ ਉਹ ਆਪਣੀ ਮੰਮੀ ਨੂੰ ਆਪਣੇ ਘਰ ਲੈ ਕੇ ਆ ਰਹੀ ਆ, ਕਿਉਂਕਿ ਉਸਦੇ ਭਰਾ ਭਾਬੀ ਨੇ ਉਸਦੀ ਮੰਮੀ ਦਾ ਢੰਗ ਨਾਲ ਖਿਆਲ ਨਹੀਂ ਰੱਖਿਆ
ਤੇ ਉਸ ਨਾਲ ਲੜਦੇ ਝਗੜਦੇ ਰਹਿੰਦੇ ਹਨ। ਪਰ ਪਾਪਾ, ਜੇਕਰ ਮੈਨੂੰ ਪਤਾ ਹੁੰਦਾ ਕਿ ਮਨਸੀਰਤ ਤੁਹਾਨੂੰ ਕਮਰੇ ਵਿੱਚੋਂ ਬਾਹਰ ਕੱਢ ਰਹੀ ਆ ਤਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕਦੇ ਨਹੀਂ ਸੀ ਹੋਣ ਦੇਣਾ। ਫਿਰ ਉਸਦੇ ਪਾਪਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਅੱਖਾਂ ਪੂੰਝਦੇ ਹੋਏ ਕਹਿਣ ਲੱਗੇ, ਬੇਟਾ, ਮਨਸੀਰਤ ਨੇ ਸਾਡੀ ਅਜਿਹੀ ਹਾਲਤ ਕਰ ਦਿੱਤੀ ਸੀ ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਬਚਿਆ ਤੇ ਅਸੀਂ ਸੋਚ ਲਿਆ ਸੀ ਕਿ ਜੇਕਰ 2 ਟਾਈਮ ਦੀ ਰੋਟੀ ਹੀ ਖਾਣੀ ਆ ਤਾਂ ਨੂੰਹ ਦੀਆਂ ਗੱਲਾਂ ਚੁੱਪ-ਚਾਪ ਸੁਣਨੀਆਂ ਪੈਣਗੀਆਂ। ਬੇਟਾ, ਇੱਕ ਦਿਨ ਤੇਰੀ ਮੰਮੀ ਨੂੰ ਬੁਖਾਰ ਚੜਿਆ ਸੀ ਤੇ ਮੈਂ ਉਸ ਦੀ ਦੇਖਭਾਲ ਕਰ ਰਿਹਾ ਸੀ। ਵੈਸੇ ਤਾਂ ਪੂਰੇ ਘਰ ਦਾ ਕੰਮ ਤੇਰੀ ਮੰਮੀ ਹੀ ਕਰਦੀ ਸੀ। ਤਾਂ ਉਸ ਦਿਨ ਮਨਸੀਰਤ ਨੇ ਆ ਕੇ ਕਿਹਾ ਕਿ ਮੇਰੇ ਮਾਮਾ ਜੀ ਘਰ ਆ ਰਹੇ ਹਨ, ਇਸ ਲਈ ਮੰਮੀ ਅੱਜ ਚੰਗਾ ਜਿਹਾ ਖਾਣਾ ਬਣਾ ਦਿਓ। ਤਾਂ ਮੈਂ ਮਨਸੀਰਤ ਨੂੰ ਕਿਹਾ ਕਿ ਤੂੰ ਕਿਹੋ ਜਿਹੀ ਨਿਰਦਈ ਕੁੜੀ ਆ, ਕੀ ਤੈਨੂੰ ਦਿਖਾਈ ਨਹੀਂ ਦਿੰਦਾ ਕਿ ਤੇਰੀ ਸੱਸ ਤਾਂ ਬਿਮਾਰ ਆ, ਤੈਨੂੰ ਤਾਂ ਉਸ ਦੀ ਸੇਵਾ ਕਰਨੀ ਚਾਹੀਦੀ ਆ, ਉਲਟਾ ਤੂੰ ਉਸ ਨੂੰ ਕੰਮ ਦਾ ਆਰਡਰ ਲਾਈ ਜਾਂਦੀ ਆ। ਇੰਨੀ ਗੱਲ ਸੁਣਦਿਆਂ ਹੀ ਤੇਰੀ ਸੱਸ ਮੈਨੂੰ ਆ ਕੇ ਕਹਿਣ ਲੱਗੀ ਕਿ ਤੁਸੀਂ ਜਾ ਕੇ ਇਹਨਾਂ ਦੇ ਲਈ ਦਵਾਈ ਲੈ ਆਓ, ਇਹ ਦਵਾਈ ਖਾ ਲੈਣਗੇ ਤਾਂ ਆਰਾਮ ਮਿਲੇਗਾ ਤੇ ਕੰਮ ਵਿੱਚ ਵੀ ਮਨ ਲੱਗਾ ਰਹੇਗਾ। ਵੈਸੇ ਵੀ ਸਿਹਤ ਠੀਕ ਹੋਵੇ ਜਾਂ ਨਾ ਹੋਵੇ, ਘਰ ਦਾ ਕੰਮ ਤਾਂ ਕਰਨਾ ਹੀ ਪੈਂਦਾ। ਤੇ ਪੁੱਤਰ, ਮੈਨੂੰ ਤੇਰੀ ਸੱਸ ਦੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਤੁਸੀਂ ਵੀ ਇੱਕ ਔਰਤ ਹੋ ਤੇ ਤੁਹਾਨੂੰ ਮੇਰੀ ਪਤਨੀ ਦਾ ਦਰਦ ਸਮਝਣਾ ਚਾਹੀਦਾ। ਅੱਜ ਮੇਰੀ ਪਤਨੀ ਘਰ ਦਾ ਕੋਈ ਕੰਮ ਨਹੀਂ ਕਰੇਗੀ। ਤੇ ਫਿਰ ਉਸ ਦੀ ਮੰਮੀ ਨੇ ਕਿਹਾ ਕਿ ਤੂੰ ਪਤਾ ਨਹੀਂ ਕਿਉਂ ਇਹਨਾਂ ਨੂੰ ਝੱਲੀ ਜਾਂਦੀ ਆ। ਬੇਟਾ, ਉਸ ਦਿਨ ਤੋਂ ਬਾਅਦ ਮਨਸੀਰਤ ਤੇ ਉਸ ਦੀ ਮੰਮੀ ਦੋਨੇ ਮਿਲ ਕੇ ਸਾਨੂੰ ਸਾਰਾ ਦਿਨ ਗੱਲਾਂ ਸੁਣਾਉਂਦੀਆਂ ਰਹਿੰਦੀਆਂ। ਮਨਸੀਰਤ ਨੇ ਤਾਂ ਸਾਨੂੰ ਖਾਣਾ ਦੇਣਾ ਵੀ ਬੰਦ ਕਰ ਦਿੱਤਾ ਸੀ। ਜਿਵੇਂ ਕਿਵੇਂ ਕਰਕੇ ਮੈਂ ਜਾਂ ਤੇਰੇ ਪਾਪਾ ਰਸੋਈ ਵਿੱਚ ਜਾ ਕੇ ਆਪਣੇ ਲਈ ਖਾਣਾ ਬਣਾ ਲੈਂਦੇ ਤੇ ਖਾ ਲੈਂਦੇ, ਪਰ ਉਹ ਵੀ ਮਨਸੀਰਤ ਨੂੰ ਗਵਾਰਾ ਨਹੀਂ ਸੀ। ਉਹ ਚੀਕਦੀ ਰਹਿੰਦੀ ਸੀ। ਇੱਕ ਦਿਨ ਮਨਸੀਰਤ ਨੇ ਘਰੇ ਕਿੱਟੀ ਪਾਰਟੀ ਰੱਖੀ ਤੇ ਉਸਨੇ ਬਹੁਤ ਸਾਰੀਆਂ ਸਹੇਲੀਆਂ ਨੂੰ ਬੁਲਾਇਆ। ਉਸੇ ਦਿਨ ਮਨਸੀਰਤ ਨੇ ਸਾਨੂੰ ਕਿਹਾ ਕਿ ਰਸੋਈ ਵਿੱਚ 15 ਜਣਿਆਂ ਦਾ ਖਾਣਾ ਬਣਾਉਣਾ ਹੈ ਤੇ ਤੇਰੇ ਪਾਪਾ ਨੂੰ ਕੁਝ ਪੈਸੇ ਦੇ ਕੇ ਬਾਜ਼ਾਰੋਂ ਸਮਾਨ ਲਿਆਉਣ ਲਈ ਭੇਜ ਦਿੱਤਾ ਤੇ ਮੈਨੂੰ ਖਾਣਾ ਬਣਾਉਣ ਦੇ ਕੰਮ ਤੇ ਲਾ ਦਿੱਤਾ। ਇੱਥੋਂ ਤੱਕ ਕਿ ਜਦੋਂ ਖਾਣਾ ਤਿਆਰ ਹੋ ਗਿਆ ਤਾਂ ਸਭ ਨੂੰ ਪਰੋਸਣ ਲਈ ਵੀ ਸਾਨੂੰ ਦੋਨਾਂ ਨੂੰ ਹੀ ਕਿਹਾ। ਤੇਰੀ ਸੱਸ ਤੇ ਮਨਸੀਰਤ ਮਹਿਮਾਨਾਂ ਦੇ ਨਾਲ ਤਾਸ਼ ਖੇਡਣ ਵਿੱਚ ਬਿਜ਼ੀ ਹੋ ਗਈਆਂ। ਸਾਰੀਆਂ ਸਹੇਲੀਆਂ ਠਹਾਕੇ ਲਗਾ ਕੇ ਹੱਸ ਰਹੀਆਂ ਸਨ। ਬਿਮਾਰ ਹੋਣ ਦੇ ਕਾਰਨ ਮੈਥੋਂ ਇੰਨਾ ਸਾਰਾ ਕੰਮ ਨਹੀਂ ਸੀ ਕੀਤਾ ਜਾ ਰਿਹਾ। ਇਹ ਸਭ ਦੇਖ ਕੇ ਤੇਰੇ ਪਾਪਾ ਦਾ ਗੁੱਸਾ ਉਬਲ ਪਿਆ ਤੇ ਉਹਨਾਂ ਨੇ ਸਾਰਾ ਖਾਣਾ ਚੱਕ ਕੇ ਚਲਾ ਕੇ ਫਰਸ਼ ਤੇ ਮਾਰਿਆ। ਇਹ ਦੇਖ ਕੇ ਮਨਸੀਰਤ ਦਾ ਪਾਰਾ 7ਵੇਂ ਅਸਮਾਨ ਤੇ ਪਹੁੰਚ ਗਿਆ। ਉਹ ਚੀਕਦੀ ਹੋਈ ਕਹਿੰਦੀ ਕਿ ਤੁਹਾਡੀ ਇੰਨੀ ਹਿੰਮਤ ਕਿ ਮੇਰੀਆਂ ਸਹੇਲੀਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਤੀ। ਤੇ ਉੱਪਰੋਂ ਉਸ ਦੀ ਮਾਂ ਮਨਸੀਰਤ ਨੂੰ ਭੜਕਾਉਂਦੇ ਹੋਏ ਕਹਿਣ ਲੱਗੀ ਕਿ ਬੇਟਾ, ਤੂੰ ਇਹਨਾਂ ਤੇ ਤਰਸ ਖਾ ਕੇ ਇਹਨਾਂ ਨੂੰ ਘਰੇ ਬਿਠਾਇਆ ਹੋਇਆ ਹੈ, ਬਾਹਰ ਕਿਉਂ ਨਹੀਂ ਕੱਢ ਦਿੰਦੀ ਇਹਨਾਂ ਨੂੰ? ਕੱਢ ਪਰਾਂ ਬਾਹਰ। ਹਾਂ ਮੰਮੀ, ਤੁਸੀਂ ਠੀਕ ਕਹਿ ਰਹੇ ਹੋ। ਇਹਨਾਂ ਨੂੰ ਘਰ ਵਿੱਚ ਰੱਖ ਕੇ ਮੈਂ ਇਹਨਾਂ ਤੇ ਅਹਿਸਾਨ ਕਰ ਰਹੀ ਹਾਂ ਤੇ ਇਹ ਮੇਰੇ ਅਹਿਸਾਨ ਦਾ ਬਦਲਾ ਇਸ ਤਰ੍ਹਾਂ ਦੇ ਰਹੇ ਹਨ। ਛੇਤੀ ਛੇਤੀ ਇੱਥੋਂ ਆਪਣਾ ਸਮਾਨ ਚੱਕੋ ਤੇ ਚੱਲਦੇ ਬਣੋ। ਇਹ ਸਾਰੀਆਂ ਗੱਲਾਂ ਦੱਸਦੇ ਹੋਏ ਉਸ ਦੀ ਮੰਮੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਤੇ ਉਹ ਕਹਿਣ ਲੱਗੀ ਕਿ ਬੇਟਾ, ਤੂੰ ਨਹੀਂ ਜਾਣਦਾ, ਨੂੰਹ ਨੇ ਸਿਖਰ ਦੁਪਹਿਰੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ। ਅਸੀਂ ਕਿੱਥੇ ਜਾਂਦੇ? ਪਿੰਡ ਵਾਲਾ ਮਕਾਨ ਵੀ ਹੁਣ ਆਪਣਾ ਨਹੀਂ ਸੀ ਰਿਹਾ। ਅਸੀਂ ਤਾਂ ਸੜਕਾਂ ਤੇ ਧੱਕੇ ਖਾਣ ਜੋਗੇ ਰਹਿ ਗਏ ਸੀ। ਮੇਰੀ ਹਾਲਤ ਤਾਂ ਪਹਿਲਾਂ ਹੀ ਖਰਾਬ ਸੀ ਤੇ ਬੇਇੱਜ਼ਤੀ ਦੇ ਤੂਫਾਨ ਝੱਲਣ ਤੋਂ ਬਾਅਦ ਤਾਂ ਤੇਰੇ ਪਾਪਾ ਵੀ ਬਿਮਾਰ ਰਹਿਣ ਲੱਗੇ ਸੀ। ਥੋੜੀ ਦੇਰ ਬਾਅਦ ਇਹਨਾਂ ਨੂੰ ਸਾਹ ਚੜਨ ਲੱਗਦਾ ਸੀ। ਅਸੀਂ ਕਿੱਥੇ ਜਾਂਦੇ, ਕਿੱਥੋਂ ਖਾਂਦੇ? ਇਸ ਲਈ ਅਸੀਂ ਇਸ ਗੁਰਦੁਆਰੇ ਦੇ ਬਾਹਰ ਆ ਕੇ ਬੈਠ ਗਏ। ਪਰ ਇੱਕ ਗੱਲ ਦੱਸ ਪੁੱਤਰ, ਤੈਨੂੰ ਸਾਡਾ ਪਤਾ ਕਿਸ ਨੇ ਦਿੱਤਾ? ਤੂੰ ਸਾਡੇ ਤੱਕ ਕਿਵੇਂ ਪਹੁੰਚਿਆ? ਉਸ ਦੀ ਮੰਮੀ ਦੇ ਪੁੱਛਣ ਤੇ ਹਰਿੰਦਰ ਨੇ ਕਿਹਾ ਕਿ ਮੰਮੀ, ਤੁਹਾਨੂੰ ਘਰ ਕੱਢਣ ਤੋਂ ਬਾਅਦ ਮਨਸੀਰਤ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਦੋਵੇਂ ਜਾਣੇ ਗਵਾਂਢਣ ਆਂਟੀ ਦੇ ਘਰੇ ਪਿੰਡ ਚਲੇ ਗਏ ਹੋ। ਤੇ ਜਦੋਂ ਮੈਂ ਕੁਝ ਦਿਨਾਂ ਬਾਅਦ ਉਸ ਨੂੰ ਪੁੱਛਿਆ ਕਿ ਮੰਮੀ ਪਾਪਾ ਦਾ ਫੋਨ ਕਿਉਂ ਨਹੀਂ ਲੱਗ ਰਿਹਾ ਤਾਂ ਉਸਨੇ ਕਿਹਾ ਕਿ ਤੁਹਾਡਾ ਫੋਨ ਤਾਂ ਘਰੇ ਹੀ ਰਹਿ ਗਿਆ ਹੈ ਤੇ ਤੁਸੀਂ ਦੋਵੇਂ ਜਾਣੇ ਪਿੰਡ ਵਾਲਿਆਂ ਦੇ ਨਾਲ ਤੀਰਥ ਯਾਤਰਾ ਤੇ ਗਏ ਹੋ, ਇਸ ਕਾਰਨ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ। ਮੈਨੂੰ ਥੋੜਾ ਸ਼ੱਕ ਵੀ ਹੋਇਆ ਕਿਉਂਕਿ ਜੇਕਰ ਤੁਸੀਂ ਤੀਰਥ ਯਾਤਰਾ ਤੇ ਜਾਂਦੇ
ਤਾਂ ਮੇਰੇ ਨਾਲ ਇੱਕ ਵਾਰ ਗੱਲ ਤਾਂ ਜ਼ਰੂਰ ਕਰਦੇ। ਇਸ ਤਰ੍ਹਾਂ ਬਿਨਾਂ ਦੱਸੇ ਨਾ ਜਾਂਦੇ। ਇਸ ਲਈ ਮੈਂ ਜਲਦੀ ਜਲਦੀ ਕੰਮ ਨਿਪਟਾ ਕੇ ਇੰਡੀਆ ਵਾਪਸ ਆ ਗਿਆ। ਮੈਨੂੰ ਤੁਹਾਡੀ ਬਹੁਤ ਚਿੰਤਾ ਹੋ ਰਹੀ ਸੀ, ਇਸ ਲਈ ਡਰਾਈਵਰ ਦੇ ਕਹਿਣ ਤੇ ਮੈਂ ਅੰਦਰ ਗੁਰਦੁਆਰੇ ਮੱਥਾ ਟੇਕਣ ਪਹੁੰਚਿਆ ਤਾਂ ਇੱਥੇ ਪਰਮਾਤਮਾ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ, ਪਰ ਇਸ ਹਾਲਤ ਵਿੱਚ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ। ਪਰ ਹੁਣ ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਹੁਣ ਮੈਨੂੰ ਸਭ ਸੱਚ ਪਤਾ ਲੱਗ ਚੁੱਕਿਆ ਹੈ। ਹੁਣ ਤਾਂ ਮੈਂ ਉਸ ਜ਼ਾਲਮ ਔਰਤ ਨੂੰ ਸਬਕ ਸਿਖਾ ਕੇ ਰਹਾਂਗਾ। ਹੁਣ ਮੈਂ ਉਸ ਨੂੰ ਉਸ ਦੀ ਔਕਾਤ ਨਾ ਦਿਖਾਈ ਤਾਂ ਮੈਂ ਵੀ ਤੁਹਾਡਾ ਪੁੱਤਰ ਨਹੀਂ। ਇੰਨਾ ਕਹਿ ਕੇ ਹਰਿੰਦਰ ਆਪਣੇ ਘਰ ਵਾਪਸ ਆ ਗਿਆ। ਜਿਵੇਂ ਹੀ ਘਰ ਪਹੁੰਚਿਆ ਤਾਂ ਦੇਖਿਆ ਕਿ ਦੋਨੇ ਮਾਵਾਂ ਧੀਆਂ ਬੈਠੀਆਂ ਹੋਈਆਂ ਚਾਹ ਤੇ ਸਨੈਕਸ ਦਾ ਆਨੰਦ ਲੈ ਰਹੀਆਂ ਸਨ। ਉਸੇ ਸਮੇਂ ਮਨਸੀਰਤ ਦੀ ਮੰਮੀ ਬੋਲੀ, ਬੇਟਾ ਤੂੰ ਆਪਣੇ ਸੱਸ ਸਹੁਰੇ ਨੂੰ ਤਾਂ ਇੱਥੋਂ ਕੱਢ ਦਿੱਤਾ, ਪਰ ਇੱਕ ਵਾਰ ਵੇਖਣਾ ਤਾਂ ਚਾਹੀਦਾ ਕਿ ਉਹ ਕਿੱਥੇ ਗਏ ਹਨ, ਕੀ ਕਰ ਰਹੇ ਹਨ। ਕੀ ਉਹਨਾਂ ਨੇ ਹਰਿੰਦਰ ਨੂੰ ਸਾਰੀ ਖਬਰ ਤਾਂ ਨਹੀਂ ਕਰ ਦਿੱਤੀ? ਤੇ ਸਾਡਾ ਕੀ ਹੋਵੇਗਾ? ਓਹੋ ਮੰਮੀ, ਤੁਸੀਂ ਵੀ ਕੀ ਗੱਲ ਕਰਦੇ ਹੋ? ਜਦੋਂ ਉਹਨਾਂ ਨੂੰ ਆਪਣੇ ਪੁੱਤਰ ਦਾ ਫੋਨ ਨੰਬਰ ਹੀ ਯਾਦ ਨਹੀਂ ਤਾਂ ਉਸ ਨੂੰ ਫੋਨ ਕਿਵੇਂ ਕਰਨਗੇ? ਤੁਸੀਂ ਚਿੰਤਾ ਨਾ ਕਰੋ, ਬੇਫਿਕਰ ਰਹੋ। ਤੇ ਵੈਸੇ ਵੀ ਉਹਨਾਂ ਦੇ ਆਉਣ ਵਿੱਚ ਹਜੇ ਬਹੁਤ ਸਮਾਂ ਬਾਕੀ ਆ। ਉਦੋਂ ਤੱਕ ਤਾਂ ਉਹ ਦੋਵੇਂ ਸਵਰਗ ਸਿਧਾਰ ਚੁੱਕੇ ਹੋਣਗੇ। ਅਜਿਹੀ ਹਾਲਤ ਵਿੱਚ ਭਲਾ ਕਿੰਨੇ ਕੁ ਦੇਰ ਹੋਰ ਜਿਉਂਦੇ ਰਹਿਣਗੇ? ਮਨਸੀਰਤ ਨੇ ਹੱਸਦੇ ਹੋਏ ਕਿਹਾ। ਤਾਂ ਉਸਦੀ ਮੰਮੀ ਕਹਿੰਦੀ, ਪਰ ਬੇਟਾ ਜੇਕਰ ਹਰਿੰਦਰ ਨੇ ਪੁੱਛਿਆ ਤਾਂ ਤੂੰ ਉਸ ਨੂੰ ਕੀ ਕਹੇਂਗੀ? ਤਾਂ ਇਸ ਤੇ ਮਨਸੀਰਤ ਨੇ ਜਵਾਬ ਦਿੱਤਾ, ਮੰਮੀ ਜਦੋਂ ਤੱਕ ਤੁਹਾਡੇ ਜਵਾਈ ਨੇ ਇੰਡੀਆ ਵਾਪਸ ਆਉਣਾ ਉਦੋਂ ਤੱਕ ਕੁਝ ਨਾ ਕੁਝ ਸੋਚ ਲਵਾਂਗੇ। ਹੁਣ ਤਾਂ ਬਸ ਟਾਈਮ ਨੂੰ ਇੰਜੋਏ ਕਰੋ। ਤੇ ਇਹ ਗੱਲਾਂ ਕਰਦੇ ਹੋਏ ਉਹ ਦੋਨੋਂ ਉੱਚੀ ਉੱਚੀ ਹੱਸਣ ਲੱਗੀਆਂ। ਉਦੋਂ ਹੀ ਹਰਿੰਦਰ ਅੰਦਰ ਆ ਗਿਆ। ਉਸ ਨੂੰ ਦੇਖਦੇ ਹੀ ਮਨਸੀਰਤ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹ ਠਠੰਬਰ ਕੇ ਖੜੀ ਹੋਈ। ਕੀ ਹੋਇਆ ਬੇਟਾ, ਤੈਨੂੰ ਕੀ ਸੱਪ ਸੌਂ ਗਿਆ? ਇਹ ਕਹਿੰਦੇ ਹੋਏ ਮਨਸੀਰਤ ਦੀ ਮੰਮੀ ਨੇ ਦਰਵਾਜ਼ੇ ਵੱਲ ਦੇਖਿਆ ਤਾਂ ਉਸਦੇ ਪੈਰਾਂ ਥੱਲੋਂ ਵੀ ਜ਼ਮੀਨ ਨਿਕਲ ਗਈ। ਉਹ ਦੋਨੋਂ ਮਨ ਹੀ ਮਨ ਸੋਚ ਰਹੀਆਂ ਸੀ ਕਿ ਕਿਤੇ ਹਰਿੰਦਰ ਨੇ ਉਹਨਾਂ ਦੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ। ਉਸੇ ਸਮੇਂ ਹਰਿੰਦਰ ਹੱਸਦੇ ਹੋਏ ਕਹਿੰਦਾ, ਹੈਰਾਨ ਹੋ ਗਈ ਨਾ ਮੈਨੂੰ ਵੇਖ ਕੇ? ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ, ਇਸ ਲਈ ਬਿਨਾਂ ਦੱਸੇ ਹੀ ਆ ਗਿਆ। ਹਰਿੰਦਰ ਦੀ ਗੱਲ ਸੁਣ ਕੇ ਮਨਸੀਰਤ ਤੇ ਉਸਦੇ ਮੰਮੀ ਦੀ ਜਾਨ ਵਿੱਚ ਜਾਨ ਆਈ। ਹੁਣ ਉਸ ਨੂੰ ਯਕੀਨ ਹੋ ਗਿਆ ਸੀ ਕਿ ਹਰਿੰਦਰ ਨੇ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ। ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਹਰਿੰਦਰ ਮਨਸੀਰਤ ਦੇ ਕੋਲ ਆਇਆ ਤੇ ਕਹਿੰਦਾ ਕਿ ਮਨਸੀਰਤ, ਇੱਕ ਖੁਸ਼ਖਬਰੀ ਹੈ। ਹੁਣ ਮੈਂ ਤੈਨੂੰ ਵੀ ਆਪਣੇ ਨਾਲ ਅਮਰੀਕਾ ਲੈ ਕੇ ਜਾਵਾਂਗਾ। ਮੈਂ ਤੇਰਾ ਵੀਜ਼ਾ ਵੀ ਬਣਵਾ ਲਿਆ ਹੈ। ਆਪਾਂ ਇਸੇ ਹਫ਼ਤੇ ਦੇ ਵਿੱਚ ਅਮਰੀਕਾ ਲਈ ਰਵਾਨਾ ਹੋ ਜਾਵਾਂਗੇ। ਮੰਮੀ ਪਾਪਾ ਤਾਂ ਤੀਰਥ ਯਾਤਰਾ ਤੇ ਗਏ ਹਨ ਤਾਂ ਉਹਨਾਂ ਦਾ ਵਾਪਸ ਆਉਣਾ ਤਾਂ ਹਜੇ ਨਹੀਂ ਹੋ ਸਕੇਗਾ। ਜਦੋਂ ਆਉਣਗੇ ਤਾਂ ਮੈਂ ਉਦੋਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦਾ ਇੱਥੇ ਰਹਿਣ ਦਾ ਇੰਤਜ਼ਾਮ ਕਰਵਾ ਦੇਵਾਂਗਾ। ਹੁਣ ਤੂੰ ਛੇਤੀ ਆਪਣੀ ਪੈਕਿੰਗ ਸ਼ੁਰੂ ਕਰ ਦੇ। ਇਹ ਗੱਲਾਂ ਸੁਣ ਕੇ ਮਨਸੀਰਤ ਤਾਂ ਖੁਸ਼ੀ ਨਾਲ ਉਛਲ ਪਈ। ਉਸਦੇ ਤਾਂ ਪੈਰ ਹੀ ਧਰਤੀ ਤੇ ਨਹੀਂ ਸਨ ਲੱਗ ਰਹੇ। ਮਨਸੀਰਤ ਦੀ ਮੰਮੀ ਜੋ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ, ਪਰੇਸ਼ਾਨ ਹੁੰਦੇ ਹੋਏ ਕਹਿਣ ਲੱਗੀ ਕਿ ਮਨਸੀਰਤ ਬੇਟਾ, ਤੂੰ ਤਾਂ ਆਪਣੇ ਅਮਰੀਕਾ ਜਾਣ ਬਾਰੇ ਸੋਚ ਰਹੀ ਆਂ, ਪਰ ਇਹ ਵੀ ਤਾਂ ਸੋਚ ਕਿ ਫਿਰ ਮੇਰਾ ਕੀ ਹੋਵੇਗਾ। ਦੇਖੋ ਮੰਮੀ, ਮੈਂ ਇੰਨੇ ਦਿਨ ਤੁਹਾਨੂੰ ਆਪਣੇ ਕੋਲ ਰੱਖ ਕੇ ਤੁਹਾਡੀ ਸੇਵਾ ਕੀਤੀ ਆ। ਹੁਣ ਤੁਸੀਂ ਵਾਪਸ ਭਰਾ ਭਾਬੀ ਕੋਲ ਚਲੇ ਜਾਓ। ਕੀ ਕੋਈ ਧੀ ਦੇ ਘਰ ਇੰਨੇ ਦਿਨ ਥੋੜੀ ਰਹਿੰਦਾ। ਤੁਸੀਂ ਜਾਓ ਤੇ ਉਹਨਾਂ ਤੋਂ ਮਾਫੀ ਮੰਗ ਲਓ। ਹੁਣ ਤੁਹਾਡੇ ਕਰਕੇ ਮੈਂ ਆਪਣਾ ਅਮਰੀਕਾ ਜਾਣਾ ਤਾਂ ਨਹੀਂ ਛੱਡ ਸਕਦੀ। ਪਤਾ ਹੈ ਮੈਂ ਕਿੰਨਾ ਤਰਸਦੀ ਸੀ ਅਮਰੀਕਾ ਜਾਣ ਲਈ, ਤੇ ਹੁਣ ਜਦ ਮੌਕਾ ਮਿਲਿਆ ਤਾਂ ਮੈਂ ਇਸ ਨੂੰ ਹੱਥੋਂ ਜਾਣ ਦੇ ਦੇਵਾਂ। ਆਪਣੀ ਧੀ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਉਸਦੀ ਮਾਂ ਹੈਰਾਨ ਰਹਿ ਗਈ। ਅਗਲੇ ਹੀ ਦਿਨ ਉਸਨੇ ਆਪਣੀ ਮੰਮੀ ਨੂੰ ਆਪਣੇ ਘਰੋਂ ਵਿਦਾ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਅਮਰੀਕਾ ਜਾਣ ਦੀ ਤਿਆਰੀ ਕਰਨ ਵਿੱਚ ਲੱਗ ਗਈ। ਜਿਸ ਦਿਨ ਉਸਦੀ ਫਲਾਈਟ ਸੀ, ਹਰਿੰਦਰ ਨੇ ਉਸਨੂੰ ਫਲਾਈਟ ਵਿੱਚ ਬਿਠਾ ਕੇ ਕਿਹਾ ਕਿ ਤੂੰ ਇੱਥੇ ਹੀ ਬੈਠ, ਮੈਂ ਬਸ 2 ਮਿੰਟ ਵਿੱਚ ਆਇਆ। ਪਰ ਜਦੋਂ ਫਲਾਈਟ ਉੱਡਣ ਦਾ ਸਮਾਂ ਹੋਇਆ, ਉਦੋਂ ਤੱਕ ਵੀ ਹਰਿੰਦਰ ਵਾਪਸ ਨਹੀਂ ਆਇਆ। ਮਨਸੀਰਤ ਨੇ ਘਬਰਾਉਂਦੇ ਹੋਏ ਬੈਗ ਵਿੱਚੋਂ ਆਪਣਾ ਫੋਨ ਕੱਢਿਆ ਤਾਂ ਉਸਨੇ ਦੇਖਿਆ ਕਿ ਫੋਨ ਦੇ ਕੋਲ ਇੱਕ ਕਾਗਜ਼ ਰੱਖਿਆ ਹੋਇਆ ਸੀ। ਜਿਵੇਂ ਹੀ ਉਸਨੇ ਉਸ ਕਾਗਜ਼ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ, ਜਾ ਤੇ ਖੂਬ ਮਜ਼ੇ ਕਰੀ ਅਮਰੀਕਾ ਵਿੱਚ। ਹੁਣ ਤੈਨੂੰ ਪਤਾ ਲੱਗੂਗਾ ਕਿ ਕਿਸੇ ਇਨਸਾਨ ਨੂੰ ਇਕੱਲਾ
ਤੇ ਬੇਸਹਾਰਾ ਛੱਡ ਦੇਣ ਦਾ ਮਤਲਬ ਕੀ ਹੁੰਦਾ। ਤੂੰ ਮੇਰੇ ਮੰਮੀ ਪਾਪਾ ਨੂੰ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ, ਉਹਨਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਸੀ। ਤੇਰੇ ਕਰਕੇ ਉਹਨਾਂ ਨੂੰ ਰੋਲਣਾ ਪਿਆ। ਹਾਂ, ਤੂੰ ਵੀ ਅਮਰੀਕਾ ਵਿੱਚ ਜਾ ਕੇ ਭੀਖ ਮੰਗੀ, ਤੇ ਜਦੋਂ ਭੀਖ ਮੰਗ ਕੇ ਪੈਸੇ ਇਕੱਠੇ ਹੋ ਜਾਣ ਤਾਂ ਵਾਪਸ ਆ ਜਾਈਂ ਤੇ ਆਪਣੀ ਮੰਮੀ ਦੇ ਨਾਲ ਰਹਿ ਲਵੀਂ, ਕਿਉਂਕਿ ਹੁਣ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਆ। ਜਦੋਂ ਤੱਕ ਮਨਸੀਰਤ ਨੇ ਉਹ ਕਾਗਜ਼ ਪੜ੍ਹਿਆ, ਉਦੋਂ ਤੱਕ ਜਹਾਜ਼ ਉੱਡ ਚੁੱਕਿਆ ਸੀ। ਜਹਾਜ਼ ਦੇ ਉੱਡਣ ਦੇ ਨਾਲ ਨਾਲ ਉਸਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਸਦੀ ਜਾਨ ਹੀ ਬਾਹਰ ਨਿਕਲਦੀ ਜਾ ਰਹੀ ਹੋਵੇ। ਵਿਦੇਸ਼ ਵਿੱਚ ਰਹਿਣ ਦੀ ਆਪਣੀ ਇੱਛਾ ਦੇ ਕਾਰਨ ਉਹ ਆਪਣੀ ਸੱਸ ਸਹੁਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਤੇ ਆਪਣੀ ਇਸੇ ਇੱਛਾ ਦੇ ਕਾਰਨ ਹੀ ਉਸਨੇ ਆਪਣੀ ਮਾਂ ਨੂੰ ਵੀ ਬੇਸਹਾਰਾ ਛੱਡ ਦਿੱਤਾ ਸੀ। ਅੱਜ ਮਨਸੀਰਤ ਅਮਰੀਕਾ ਵਿੱਚ ਦਰ-ਦਰ ਦੀਆਂ ਠੋਕਰਾਂ ਖਾ ਰਹੀ ਸੀ ਤੇ ਆਪਣੇ ਕੀਤੇ ਤੇ ਪਛਤਾ ਰਹੀ ਸੀ, ਕਿਉਂਕਿ ਅੱਜ ਉਹ ਆਪਣੇ ਹੀ ਬੁਣੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਚੁੱਕੀ ਸੀ। ਇੱਧਰ ਹਰਿੰਦਰ ਨੇ ਮੰਮੀ ਪਾਪਾ ਦੀ ਵਿਆਹ ਦੀ 50ਵੀਂ ਵਰ੍ਹੇਗੰਢ ਤੇ ਹਰਿੰਦਰ ਨੇ ਉਹਨਾਂ ਨੂੰ ਇੱਕ ਵਧੀਆ ਕਲੋਨੀ ਵਿੱਚ ਘਰ ਖਰੀਦ ਕੇ ਦਿੱਤਾ ਤੇ ਹੋਟਲ ਤੋਂ ਉਹਨਾਂ ਨੂੰ ਸਿੱਧਾ ਘਰ ਵਿੱਚ ਲੈ ਆਇਆ ਤੇ ਕਹਿੰਦਾ ਕਿ ਮੰਮੀ ਪਾਪਾ, ਤੁਹਾਨੂੰ ਤੁਹਾਡੇ ਵਿਆਹ ਦੀ 50ਵੀਂ ਵਰ੍ਹੇਗੰਢ ਬਹੁਤ ਬਹੁਤ ਮੁਬਾਰਕ ਹੋਵੇ। ਹੁਣ ਤੁਹਾਨੂੰ ਇਸ ਘਰ ਵਿੱਚੋਂ ਕੋਈ ਵੀ ਬਾਹਰ ਨਹੀਂ ਕੱਢ ਸਕਦਾ, ਕਿਉਂਕਿ ਇਹ ਘਰ ਤੁਹਾਡੇ ਨਾਮ ਹੈ। ਪੁੱਤਰ ਦਾ ਇੰਨਾ ਪਿਆਰ ਦੇਖ ਕੇ ਉਸਦੇ ਪਾਪਾ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਚੱਲ ਰਹੇ ਸਨ ਤੇ ਉਹ ਕਹਿਣ ਲੱਗੇ ਕਿ ਬੇਟਾ, ਸਾਨੂੰ ਮਾਫ ਕਰ ਦੇ, ਅਸੀਂ ਤੈਨੂੰ ਬਹੁਤ ਗਲਤ ਸਮਝਿਆ। ਅੱਜ ਉਹਨਾਂ ਤਿੰਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਖੁਸ਼ੀ ਦੇ। ਕੁਝ ਸਮੇਂ ਬਾਅਦ ਹਰਿੰਦਰ ਨੂੰ ਮਨਸੀਰਤ ਦਾ ਫੋਨ ਆਇਆ, ਪਰ ਹਰਿੰਦਰ ਨੇ ਉਹ ਫੋਨ ਕੱਟ ਦਿੱਤਾ। ਮਨਸੀਰਤ ਨੇ ਕਈ ਵਾਰ ਫੋਨ ਲਗਾਇਆ, ਪਰ ਹਰਿੰਦਰ ਨੇ ਹਰ ਵਾਰ ਉਸਦਾ ਫੋਨ ਕੱਟ ਦਿੱਤਾ। ਤਾਂ ਉਸਦੇ ਪਾਪਾ ਦੇ ਪੁੱਛਣ ਤੇ ਹਰਿੰਦਰ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕਿ ਕਿਸ ਤਰ੍ਹਾਂ ਉਸਨੇ ਮਨਸੀਰਤ ਨੂੰ ਉਸਦੇ ਕੀਤੇ ਦੀ ਸਜ਼ਾ ਦੇ ਦਿੱਤੀ ਹੈ। ਥੋੜੀ ਦੇਰ ਬਾਅਦ ਫਿਰ ਮਨਸੀਰਤ ਦਾ ਫੋਨ ਆਇਆ ਤਾਂ ਉਸਦੇ ਪਾਪਾ ਨੇ ਚੱਕਿਆ। ਉਧਰੋਂ ਮਨਸੀਰਤ ਦੇ ਰੋਣ ਦੀ ਆਵਾਜ਼ ਆਈ ਤੇ ਫਿਰ ਉਹ ਰੋਂਦੇ ਵਿਲਕਦੇ ਹੋਏ ਕਹਿਣ ਲੱਗੀ ਕਿ ਪਾਪਾ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ, ਜਿਸ ਕਾਰਨ ਹਰਿੰਦਰ ਨੇ ਮੈਨੂੰ ਇਕੱਲਾ ਛੱਡ ਦਿੱਤਾ ਹੈ। ਉਹਨਾਂ ਨੇ ਮੇਰੇ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਹਨ ਤੇ ਤੁਸੀਂ ਹੀ ਉਹਨਾਂ ਨੂੰ ਕੁਝ ਸਮਝਾਓ ਨਾ। ਮੈਂ ਕਸਮ ਖਾਂਦੀ ਹਾਂ ਕਿ ਅੱਜ ਤੋਂ ਬਾਅਦ ਤੁਹਾਨੂੰ ਦੋਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੀ। ਮਨਸੀਰਤ ਦੇ ਇੰਨਾ ਕਹਿੰਦੇ ਹੀ ਉਸਦੇ ਪਾਪਾ ਤੇ ਮੰਮੀ ਦਾ ਦਿਲ ਪਿਘਲ ਗਿਆ। ਉਹਨਾਂ ਨੇ ਹਰਿੰਦਰ ਨੂੰ ਕਹਿ ਕੇ ਮਨਸੀਰਤ ਦੇ ਆਉਣ ਦਾ ਇੰਤਜ਼ਾਮ ਕਰਵਾਇਆ। ਇੱਕ ਹਫ਼ਤੇ ਬਾਅਦ ਮਨਸੀਰਤ ਵਾਪਸ ਆ ਗਈ। ਉਸਨੇ ਆਪਣੇ ਸੱਸ ਸਹੁਰੇ ਦੇ ਪੈਰਾਂ ਵਿੱਚ ਡਿੱਗ ਕੇ ਉਹਨਾਂ ਤੋਂ ਮਾਫੀ ਮੰਗੀ ਤੇ ਉਹਨਾਂ ਦੀ ਖੂਬ ਸੇਵਾ ਕਰਨ ਲੱਗੀ। ਅੱਜ ਇੱਕ ਪੁੱਤਰ ਨੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਦਿੱਤੀ ਸੀ। ਤੇ ਦੂਜੇ ਪਾਸੇ ਜਦੋਂ ਮਨਸੀਰਤ ਦੀ ਮਾਂ ਆਪਣੇ ਘਰ ਪਹੁੰਚੀ ਤਾਂ ਦੇਖਿਆ ਕਿ ਉਸਦਾ ਸਾਰਾ ਸਮਾਨ ਸਟੋਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਉਸਦੇ ਆਪਣੇ ਕਮਰੇ ਵਿੱਚ ਉਸਦੇ ਲਈ ਕੋਈ ਜਗ੍ਹਾ ਨਹੀਂ ਸੀ, ਕਿਉਂਕਿ ਉਸ ਕਮਰੇ ਵਿੱਚ ਉਸਦੀ ਨੂੰਹ ਦੇ ਪਿਤਾ ਆਰਾਮ ਫਰਮਾ ਰਹੇ ਸਨ ਤੇ ਟੀਵੀ ਤੇ ਗਾਣਾ ਚੱਲ ਰਿਹਾ ਸੀ, ਜੋ ਬੀਜੇਗਾ ਉਹ ਵੱਢੇਗਾ, ਫਿਰ ਦੋਸ਼ ਵੀ ਕਿਸ ਚੋਂ ਕੱਢੇਗਾ। ਤੇਰਾ ਕੀਤਾ ਤੇਰੇ ਅੱਗੇ ਆਉਣਾ ਹੈ, ਦੱਸ ਕਿੱਥੇ ਤੱਕ ਤੂੰ ਭੱਜੇਗਾ। ਸੋ ਤੁਹਾਨੂੰ ਹਰਿੰਦਰ ਦਾ ਫੈਸਲਾ ਕਿਵੇਂ ਦਾ ਲੱਗਿਆ? ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਚੰਗਾ ਲੱਗਿਆ ਤਾਂ ਇੱਕ ਲਾਈਕ ਵੀ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ ਦੋਸਤਾਂ ਦੇ ਨਾਲ, ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਸੁਣਦੇ ਰਹੋ। ਧੰਨਵਾਦ।